ਡਾਕਟਰ ਜੋਸੇਫ ਮਰਫੀ ਦਾ ਲੇਖ ਹੈ, ਤੁਹਾਡਾ ਅਵਚੇਤਨ ਮਨ ਸਫਲਤਾ ਵਿੱਚ ਭਾਈਵਾਲ ਹੈ। ਸਫਲਤਾ ਦਾ ਸੱਚਾ ਆਂਤਰਿਕ ਅਰਥ ਜੀਵਨ 'ਚ ਸਫਲ ਬਣਨਾ ਹੈ। ਇਸ ਧਰਤੀ ਉੱਤੇ ਲੰਮੇ ਸਮੇਂ ਲਈ ਸ਼ਾਂਤੀ, ਖੁਸ਼ੀ ਤੇ ਸੁੱਖ ਪਾਉਣ ਨੂੰ ਸਫਲਤਾ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਇਹਦਾ ਅਨੁਭਵ ਹੀ ਉਹ ਅਨੰਤ ਜੀਵਨ ਹੈ ਜਿਹਦੇ ਬਾਰੇ ਈਸਾ ਮਸੀਹ ਨੇ ਕਿਹਾ ਸੀ। ਜੀਵਨ ਦੀ ਸੱਚੀਆਂ ਚੀਜ਼ਾਂ ਜਿਵੇਂ ਸ਼ਾਂਤੀ, ਇਕਸੁਰਤਾ, ਅਖੰਡਤਾ, ਸੁਰੱਖਿਆ ਤੇ ਖੁਸ਼ੀ ਅਮੂਰਤ ਹਨ। ਉਹ ਇਨਸਾਨ ਦੇ ਡੂੰਘੇ ਸਰੂਪ ਤੋਂ ਉਤਪੰਨ ਹੁੰਦੀ ਹੈ। ਇਹਨਾਂ ਗੁਣਾਂ ਉੱਤੇ ਮਨਨ ਕਰਨ ਨਾਲ ਸਵਰਗ ਦੇ ਖਜ਼ਾਨੇ ਸਾਡੇ ਅਵਚੇਤਨ ਵਿੱਚ ਉਤਰ ਆਉਂਦੇ ਹਨ। ਇਹ ਉਹੀ ਸੱਚੀ ਜਗ੍ਹਾ ਹੈ ਜਿੱਥੇ ਲਗਨ ਤੇ ਜੰਗ ਕਮਜ਼ੋਰ ਨਹੀਂ ਕਰਦੀ ਤੇ ਜਿੱਥੇ ਚੋਰ ਧਾਵਾ ਬੋਲ ਕੇ ਚੁਰਾਉਂਦੇ ਨਹੀਂ ਹਨ। ਸਫਲਤਾ ਦੀਆਂ 3 ਪੌੜੀਆਂ। ਸਫਲਤਾ ਦੀ ਅਤ ਮਹੱਤਵਪੂਰਨ ਪਹਿਲੀ ਪੌੜੀ ਉਸ ਕੰਮ ਦਾ ਪਤਾ ਲਗਾਉਣਾ ਤੇ ਕਰਨਾ ਹੈ ਜਿਸ ਨਾਲ ਤੁਸੀਂ ਪ੍ਰੇਮ ਕਰਦੇ ਹੋ। ਜਦੋਂ ਤੱਕ ਤੁਸੀਂ ਆਪਣੇ ਕੰਮ ਨਾਲ ਪ੍ਰੇਮ ਨਹੀਂ ਕਰਦੇ ਤਦੋਂ ਤੱਕ ਸ਼ਾਇਦ ਤੁਸੀਂ ਉਸ 'ਚ ਆਪਣੇ ਆਪ ਨੂੰ ਸਫਲ ਨਹੀਂ ਮੰਨੋਗੇ। ਬੇਸ਼ੱਕ ਦੁਨੀਆ ਤੁਹਾਨੂੰ ਬਹੁਤ ਸਫਲ ਕਹਿੰਦੀ ਰਹੇ। ਕੰਮ ਨਾਲ ਪ੍ਰੇਮ ਹੋਣ ਤੇ ਤੁਹਾਡੇ ਮਨ 'ਚ ਉਸ ਨੂੰ ਕਰਨ ਦੀ ਡੂੰਘੀ ਇੱਛਾ ਹੁੰਦੀ ਹੈ। ਜੇ ਕੋਈ ਮੁਟਿਆਰ ਮਨੋਵਿਗਿਆਨੀ ਬਣਨ ਦੀ ਇੱਛਾ ਰੱਖਦੀ ਹੋਵੇ ਤਾਂ ਡਿਪਲੋਮਾ ਲੈ ਕੇ ਉਹਨੂੰ ਕੰਧ ਤੇ ਟੰਗ ਲੈਣਾ ਹੀ ਕਾਫੀ ਨਹੀਂ। ਉਸ ਖੇਤਰ 'ਚ ਅੱਗੇ ਕੰਮ ਕਰਨਾ ਚਾਹੇਗੀ। ਸਮਾਗਮਾਂ 'ਚ ਭਾਗ ਲੈ ਕੇ ਮਸਤਿਸ਼ਕ ਤੇ ਉਸ ਖੇਤਰ 'ਚ ਇਹਦੀ ਕਾਰਜਵਿਧੀ ਦਾ ਅਧਿਐਨ ਕਰਦੀ ਰਹੇਗੀ। ਉਹ ਦੂਜੇ ਕਲੀਨਿਕਾਂ 'ਚ ਜਾਏਗੀ ਤੇ ਨਵੇਂ ਤੋਂ ਨਵੇਂ ਵਿਗਿਆਨਕ ਜਨਰਲ ਪੜ੍ਹੇਗੀ। ਹੋਰ ਸ਼ਬਦਾਂ 'ਚ ਉਹ ਇਨਸਾਨੀ ਤਕਲੀਫ ਨੂੰ ਘੱਟ ਕਰਨ ਦੇ ਨਵੇਂ ਤੋਂ ਨਵੇਂ ਤਰੀਕਿਆਂ ਬਾਰੇ ਗਿਆਨ ਹਾਸਲ ਕਰਦੀ ਰਹੇਗੀ ਕਿਉਂਕਿ ਉਹ ਆਪਣੇ ਰੋਗੀਆਂ ਦੀ ਭਲਾਈ ਨੂੰ ਸਰਵਉੱਚ ਪਹਿਲ ਦਿੰਦੀ ਹੈ। ਪਰ ਹੋ ਸਕਦਾ ਹੈ ਇਹ ਸ਼ਬਦ ਪੜ੍ਹ ਕੇ ਤੁਸੀਂ ਸੋਚਣ ਲੱਗੋ, ਮੈਂ ਪਹਿਲਾ ਕਦਮ ਚੁੱਕ ਨਹੀਂ ਸਕਦਾ ਕਿਉਂਕਿ ਮੈਂ ਇਹ ਨਹੀਂ ਜਾਣਦਾ ਕਿ ਮੈਂ ਕੀ ਕਰਨਾ ਚਾਹੁੰਦਾ। ਮੈਨੂੰ ਇਹ ਨਹੀਂ ਪਤਾ ਕਿ ਮੈਂ ਕੰਮ ਨਾਲ ਪ੍ਰੇਮ ਕਰਦਾ। ਮੈਂ ਕੋਈ ਖੇਤਰ ਕਿਵੇਂ ਚੁਣ ਸਕਦਾ ਜਿਸ ਨਾਲ ਮੈਂ ਪ੍ਰੇਮ ਕਰਾਂ। ਜੇ ਤੁਹਾਡੀ ਸਥਿਤੀ ਇਹ ਹੈ ਤਾਂ ਮਾਰਗਦਰਸ਼ਨ ਲਈ ਇਸ ਤਰ੍ਹਾਂ ਦੀ ਪ੍ਰਾਰਥਨਾ ਕਰੋ। ਮੇਰੇ ਅਵਚੇਤਨ ਮਨ ਦੀ ਅਸੀਮ ਬੁੱਧੀਮਤਾ ਜੀਵਨ ਵਿੱਚ ਮੇਰੀ ਸੱਚੀ ਜਗ੍ਹਾ ਮੇਰੇ ਸਾਹਮਣੇ ਪ੍ਰਗਟ ਕਰ ਰਹੀ ਹੈ। ਇਸ ਪ੍ਰਾਰਥਨਾ ਨੂੰ ਹੌਲੀ-ਹੌਲੀ ਸਕਾਰਾਤਮਕ ਤਰੀਕੇ ਤੇ ਪ੍ਰੇਮ ਨਾਲ ਆਪਣੇ ਅਵਚੇਤਨ ਮਨ ਦੇ ਸਾਹਮਣੇ ਦੁਹਰਾਓ। ਜਦੋਂ ਤੁਸੀਂ ਆਸਥਾ ਤੇ ਵਿਸ਼ਵਾਸ ਨਾਲ ਜੁਟੇ ਰਹੋਗੇ ਤਾਂ ਤੁਹਾਨੂੰ ਭਾਵਨਾ, ਸੰਕੇਤ ਜਾਂ ਕਿਸੇ ਨਿਸ਼ਚਿਤ ਦਿਸ਼ਾ 'ਚ ਪ੍ਰਵਿਰਤੀ ਦੇ ਰੂਪ 'ਚ ਜਵਾਬ ਮਿਲੇਗਾ। ਇਹ ਸਪਸ਼ਟਤਾ ਤੇ ਸ਼ਾਂਤੀ ਨਾਲ ਤੇ ਆਂਤਰਿਕ ਚੁੱਪੀ ਜਾਗਰੂਕਤਾ ਨਾਲ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਏਗਾ। ਸਫਲਤਾ ਦੀ ਦੂਜੀ ਪਾਇਦਾਨ ਕੰਮ ਦੀ ਕਿਸੇ ਵਿਸ਼ੇਸ਼ ਸ਼ਾਖਾ ਵਿੱਚ ਮਹਾਰਤ ਹਾਸਲ ਕਰਨਾ ਤੇ ਉਸ 'ਚ ਮੋਹਰੀ ਬਣਨ ਦੀ ਇੱਛਾ ਰੱਖਣਾ ਹੈ। ਮੰਨ ਲਓ ਕਿਸੇ ਵਿਦਿਆਰਥੀ ਨੂੰ ਕੈਮਿਸਟਰੀ ਦੇ ਖੇਤਰ ਨੂੰ ਪੇਸ਼ੇ ਦੇ ਰੂਪ 'ਚ ਚੁਣਨਾ ਹੈ। ਉਹਨੂੰ ਇਸ ਖੇਤਰ ਦੀ ਕਿਸੇ ਸ਼ਾਖਾ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹਦਾ ਮਾਹਰ ਬਣ ਜਾਏ। ਉਹਦੇ ਉਤਸ਼ਾਹ ਦੇ ਕਾਰਨ ਉਹ ਆਪਣੇ ਖੇਤਰ 'ਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਹਾਸਲ ਕਰਨਾ ਚਾਹੇਗਾ। ਜੇ ਸੰਭਵ ਹੈ ਤਾਂ ਉਹ ਬਾਕੀ ਸਭ ਤੋਂ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰੇਗਾ। ਉਹਨੂੰ ਆਪਣੇ ਕੰਮ 'ਚ ਬੜਾ ਉਤਸ਼ਾਹਪੂਰਨ ਦਿਲਚਸਪੀ ਲੈਣੀ ਚਾਹੀਦੀ ਹੈ। ਉਹਦੇ ਮਨ 'ਚ ਦੁਨੀਆ ਦੀ ਸੇਵਾ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਜਿਹੜਾ ਸਭ ਤੋਂ ਮਹਾਨ ਹੈ ਉਹਨੂੰ ਸੇਵਕ ਬਣਨਾ ਪਏਗਾ। ਇਸ ਮਾਨਸਿਕ ਨਜ਼ਰੀਏ ਤੇ ਉਸ ਵਿਅਕਤੀ ਦੇ ਨਜ਼ਰੀਏ 'ਚ ਬਹੁਤ ਵੱਡਾ ਵਖਰੇਵਾਂ ਹੈ ਜਿਹੜਾ ਜਿਵੇਂ ਤਿਵੇਂ ਰੋਜ਼ੀ ਕਮਾਉਣਾ ਚਾਹੁੰਦਾ ਹੈ। ਜਿਵੇਂ ਤਿਵੇਂ ਰੋਜ਼ੀ ਕਮਾਉਣਾ ਸੱਚੀ ਸਫਲਤਾ ਨਹੀਂ ਹੈ। ਲੋਕਾਂ ਦੇ ਨਿਸ਼ਾਨੇ ਜ਼ਿਆਦਾ ਮਹਾਨ, ਉਦਾਰ ਤੇ ਪਰਉਪਕਾਰੀ ਹੋਣੇ ਚਾਹੀਦੇ ਹਨ। ਉਹਨਾਂ ਨੂੰ ਦੂਜਿਆਂ ਦੀ ਸੇਵਾ ਕਰਨੀ ਚਾਹੀਦੀ ਹੈ, ਆਪਣੀ ਰੋਟੀ ਪਾਣੀ 'ਚ ਵਗਾਉਣੀ ਚਾਹੀਦੀ ਹੈ। ਤੀਜਾ ਕਦਮ ਸਭ ਤੋਂ ਮਹੱਤਵਪੂਰਨ ਹੈ। ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਸਿਰਫ ਤੁਹਾਨੂੰ ਹੀ ਸਫਲ ਨਾ ਬਣਾਏ। ਤੁਹਾਡੀ ਇੱਛਾ ਸਵਾਰਥਪੂਰਨ ਨਹੀਂ ਹੋਣੀ ਚਾਹੀਦੀ। ਇਸ ਨਾਲ ਮਾਨਵਤਾ ਨੂੰ ਫਾਇਦਾ ਹੋਣਾ ਚਾਹੀਦਾ ਹੈ, ਸਰਕਟ ਪੂਰਾ ਹੋਣਾ ਚਾਹੀਦਾ ਹੈ। ਦੂਜੇ ਸ਼ਬਦਾਂ 'ਚ ਤੁਹਾਡਾ ਉਦੇਸ਼ ਦੁਨੀਆ ਦੀ ਸੇਵਾ ਕਰਨਾ ਜਾਂ ਫਾਇਦਾ ਪੁੱਜਣਾ ਹੋਣਾ ਚਾਹੀਦਾ ਹੈ। ਜੇ ਤੁਸੀਂ ਸਿਰਫ ਆਪਣੇ ਹੀ ਫਾਇਦੇ ਲਈ ਕੰਮ ਕਰਦੇ ਹੋ ਤਾਂ ਤੁਸੀਂ ਇਸ ਜ਼ਰੂਰੀ ਸਰਕਟ ਨੂੰ ਪੂਰਾ ਨਹੀਂ ਕਰਦੇ। ਹੋ ਸਕਦਾ ਤੁਸੀਂ ਸਫਲ ਨਜ਼ਰ ਆਓ ਲੇਕਿਨ ਤੁਹਾਡੇ ਆਪਣੇ ਜੀਵਨ 'ਚ ਜੋ ਸ਼ਾਰਟ ਸਰਕਟ ਕੀਤਾ ਹੈ ਉਹ ਅੱਗੇ ਚੱਲ ਕੇ ਰੁਕਾਵਟ ਜਾਂ ਬਿਮਾਰੀ ਵੱਲ ਲੈ ਜਾ ਸਕਦਾ ਹੈ। ਸੱਚੀ ਸਫਲਤਾ ਦਾ ਪੈਮਾਨਾ। ਹੋ ਸਕਦਾ ਇਸ ਮੋੜ ਤੇ ਤੁਸੀਂ ਸੋਚ ਰਹੇ ਹੋਵੋ ਉਸ ਆਦਮੀ ਦੇ ਬਾਰੇ 'ਚ ਕੀ ਜਿਹਦੇ ਬਾਰੇ ਮੈਂ ਟੀਵੀ ਤੇ ਹੁਣੇ ਖਬਰ ਦੇਖੀ ਹੈ। ਉਹਨੇ ਤਾਂ ਧੋਖੇਬਾਜ਼ੀ ਕਰਕੇ ਸ਼ੇਅਰ ਬਾਜ਼ਾਰ ਤੋਂ ਕਰੋੜਾਂ ਡਾਲਰ ਕਮਾਏ ਹੈ। ਉਸ ਨਾਲੋਂ ਜ਼ਿਆਦਾ ਸਫਲਤਾ ਕੋਈ ਹੋਰ ਨਹੀਂ ਲੱਗਦਾ। ਮੈਨੂੰ ਨਹੀਂ ਲੱਗਦਾ ਉਹ ਮਾਨਵਤਾ ਨੂੰ ਫਾਇਦਾ ਪਹੁੰਚਾਉਣ ਦੀ ਜ਼ਰਾ ਵੀ ਪਰਵਾਹ ਕਰਦਾ ਹੋਵੇਗਾ।
इस तरह के मामले बड़े आम है, लेकिन सानू सावधानी नाल उन्हां दी हकीकत समझनी पेगी। हो सकता है कोई व्यक्ति कुछ समय लिए सफल नज़र आए, पर धोखे नाल हासिल धन अक्सर खंभ ला के उड़ जाता है। इस तो इलावा जदों असीं किसी दूजे नूं लुੱਟਦੇ हाँ, असीं अपने आप नूं लुੱਟਦੇ हाँ। जिस घाट ते सीमा की मानसिकता नाल असीं व्यवहार कीता है, वो दूजे तरीकों तो भी अपने आप नूं प्रगट करदी है। जिवें साडे शरीर, परिवारक जीवन ते लोकां ने दे नाल साडे संबंधां विच ਜਿਹੜਾ कुछ भी असीं सोचते ते महसूस करते हैं उही हुंदा है। असीं जिस च विश्वास करते हैं उही हुंदा है। धोखे नाल दौलत इकत्तर करन वाले व्यक्ति नूं सफल नहीं मन्निया जा सकता। मानसिक शांति तो बिना कोई सफलता नहीं हुंदी। किसी व्यक्ति की दौलत का की फायदा जो रात नूं सौ नहीं सकता, बीमार है जां उस च अपराधी होने की भावना है। मैं एक बारी लंडन च एक मुजरम नूं मिलिया जिसने मैनूं अपने कारनामे दसे। उन्हें बड़े सारी दौलत इकत्तर कर ली सी। वो लंडन के बाहरी इलाके च अपने मकान अंदर विलासता च रहिंदा सी। गर्मियां चो फ्रांस के घर च विलासी जीवन गुजारदा, विलासता नाल लेकिन आराम नाल नहीं। उन्होंने हमेशा ये डर लग्या रहिंदा सी कि स्कॉटलैंड यार्ड उन्होंने कदे भी गिरफ्तार कर लेगा। उन्होंने कई आंतरिक समस्यावां भी सी जिहड़ियां निश्चित तौर ते उहदे लगातार डरन ते डूंघाई च जम्मी अपराध बोध की ग्रंथि कारण उत्पन्न होईयां। वो जानदा सी उन्हें गलत काम कीते आ। अपराध दे इस डूंघे एहसास ने उन्होंने होर बड़ी सारियां मुश्किलों वाल आकर्षित किया। बाद च मैं सुनिया उन्हें अपने आप नूं पुलिस के हवाले कर दिता, जेल की सज़ा कट्टी। जेल तो छुट्टन तो बाद उन्हें मनोविग्यानक ते अध्यात्मक सलाह लई, जिस लई उहदी काया पलट हो गई। वो नौकरी करन लगा ते कानून की पालना करन वाला ईमानदार नागरिक बन गया। उन्होंने वो मिल गया जिन्हों करन दी उहदी चाह सी। हुण वो जीवन च पहली वारी खुश सी। सफल व्यक्ति अपने काम नाल प्रेम करता है, अपने आप नूं पूरी तरह नाल व्यक्त करता है। सफलता सिर्फ दौलत इकट्ठी करना नहीं है, ये तो इस तो भी उच्चे आदर्श ते निर्भर करती है। सफल व्यक्ति वो है जिन्हें डूंगी मनोविग्यानक ते अध्यात्मक समझ हासिल कर ली है। अज दे कई महान बिजनेसमैन सफलता लई अपने अवचेतन मन के सही उपयोग ते जोर दिंदे है। वो किसी भावी प्रोजैक्ट नूं इस तरह वेखदे है जिवें पहलां ही पूरा हो चुकिया होवे। उहदी साकार तस्वीर देखण ते अपनी प्रार्थनावां दे नतीजे नूं महसूस करन तो बाद उन्हां दा अवचेतन मन उस प्रोजैक्ट नूं पूरा कर दिंदा है। जे तुसीं किसी निशाने की स्पष्टता नाल काम कर सको तो तुहानूं लोड़ींदियां चीज़ां मिल जाणगीआं। ये चीज़ां तुहानूं अवचेतन मन की चमत्कारी शक्ति राहीं इहो जिहे तरीकिਆਂ नाल मिलणगीआं जिन्हां दे बारे च तुसीं कुछ नहीं जानदे। सफलता दे 3 पौड़ियां ते विचार करते समय तुहानूं अपनी अवचेतन मन दीआं रचनात्मक शक्तियां नूं कदे नहीं भुलना चाहिदा। यही सफलता दी किसी भी योजना च सारे कदमां दे पिछे दी शक्ति है। तुहाडा विचार रचनात्मक है, विचार भावना दे नाल मिल के कल्पनावादी आस्था जां विश्वास बन जांदा है ते तुहाडे विश्वास दे अनुरूप तुहानूं दिता जावेगा। जद तुसीं समझ लैंदे हो तुहाडे अंदर एक प्रबल शक्ति है जिहड़ी तुहाडी सारियां इच्छावां नूं साकार करन च समर्थ है, तो तुहानूं आत्म विश्वास ते शांति दा एहसास मिलदा है। तुसीं भावें जिहड़ा भी काम करदे हो तुहानूं अपने अवचेतन मन दे नियम जरूर सीखणे चाहीदे है। जब तुसीं जाणदे हो कि अपने मन दीआं शक्तियां दा प्रयोग किवें कीता जाए, जब तुसीं अपने आप नूं पूरी तरह अभिव्यक्त कर रहे हो, अपणियां योग्यता नाल दूजिआं नूं फायदा पहुंचाउंदे हो, तां तुसीं सच्ची सफलता दे अचूक मार्ग ते हो। जे तुसीं ईश्वर दे काम जां इहदे किसी हिस्से च जुटे हो तां ईश्वर तुहाडे नाल है। इस तरह कौन तुहाडे खिलाफ टिक सकदा है? धरती जां आसमान च इहो जी कोई शक्ति नहीं है जिहड़ी तुहानूं सफलता तक पुज्जण तो रोक सके। उसने अपने सुपने नूं किवें साकार कीता। हॉलीवुड च मैं एक एक्टर नूं मिलिया जिहदा नाम शायद हर फिल्म देखण वाले जां टैलीविजन प्रेमी नूं पता होएगा। उन्हें मैनूं दस्सिया कि वो मिड वैसट विच एक छोटे ਜਿਹੇ खेत ते पलिया वधिया सी। ਉਹਦਾ परिवार जिवें तिवें गुजारा करदा सी। ਉਹਦੇ मनोरंजन ਦਾ इकलौता साधन पुराना ब्लैक एंड वाइट टीवी सी जिस ते मुश्किल नाल 2 चैनल आउंदे सी। ਇਹਦੇ बावजूद उन्हें एक्टर बनन दा सुपना देखिया। ਇਹ सुपना ਉਹਦੇ दिलो दिमाग ते दिनों दिन हावी हुंदा चला गया। उन्हें दस्सिया जब मैं बाहर खेतां 'च काम करदा सी जां खलियाण विच पशुआं नूं वापस लिआउंदा सी तद भी मैं सारा समां कल्पना करदा सी कि मेरा नाम एक वड्डे थिएटर दे बाहर वड्डे वड्डे अखरां 'च लिखिआ है। मैं हर चीज़ स्पष्टता नाल देखी। प्रशंसकां दी भीड़ शोर मचा रही है। इंटरव्यू लैण वाले मैनूं घेरे हुए है।
मैं तस्वीर सालां बद्धी देखता रहा। आखिरकार मैं घर छड्ड दिता। मैं लॉस एंजल्स पहुंच गया। मैनू फिल्मां ते टीवी प्रोग्रामां च बतौर एक्सट्रा काम मिल गया। छेती मैनू एक्टर के तौर पर पहली भूमिका मिल गई। प्रीमियर दी रात जब मैं कार तो थिएटर पुज्जा तां बेसुरत हुंदे हुंदे बचिया। उत्थे मेरा नाम वड्डे वड्डे अखरां च रोशनी नाल चमक रहा सी। भीड़ सी ते अखबारां दे रिपोर्टर सन। सारा कुछ उंज ही सी जिवें मैं बचपन वेले कल्पना कीती सी। उन्हें अगे कहा, मेरे तो ज्यादा कौन जान सकता है कि लगातार की गई कल्पना की शक्ति सफलता दिवा सकती है। सुपने की फार्मेसी हकीकत बन गई। कुछ साल पहला मैं एक मुटियार फार्मासिस्ट नूं मिलिया जिहदा नाम मैरी एस सी। वो एक वड्डे चैन ड्रग स्टोर दे प्रिस्क्रिप्शन डिपार्टमेंट च काम करदी सी। एक दिन जदों मेरे लिए दवा बना रही सी तो मैं उन्होंने पूछा कि उन्होंने ये नौकरी किवें लगदी है। ओह ठीक है, उन्हें कहा सी। तनख्वाह ते कमिशनां नाल काम चल जांदा है। इस तो इलावा कंपनी मुनाफा भी वंडदी है। जेकर किस्मत चंगी रही तो मैं इन्नी घट उम्र च रिटायर हो जावांगी कि जीवन का आनंद लै सकां। पल भर ਲਈ खामोश रहन तो बाद मैं पूछा, कि तू बचपन च यही सुपना देखिया सी जद तुसी फार्मासिस्ट बनन दा निर्णय कीता? ਉਹਦੇ चेहरे ते मुश्किल दा भाव आ गया। बोली, नहीं, मेरा ख्याल है नहीं। मैं हमेशा अपने आप नूं अपने स्टोर दी मालकन दे तौर ते देखिया सी। मैं चाहुंदी सी जद मैं सड़क ते जावां तां लोकी नां लैके मैनूं हैलो कहण। मैं भी उन्हां सारियां दे नां जाणदी सी क्योंकि मैं उन्हां नूं दवावां देंदी सी। तुसी सोचोगे ये अजीब है, लेकिन मैं इस बारे भी सुपने देखी है कि मैं माँ प्यो अपने बीमार बच्चों की दवा लई मैनूं अद्धी राती फोन कर रहे हैं। मैं अपने पजामे के उत्ते कपड़े पा के हेठां स्टोर च जा रही हाँ, उन्होंने उन्होंने लोड़ींदी दवा दे रही हाँ। मेरे सुपने की तस्वीर किसी वड्डे स्टोर के काउंटर पिछे 9 तो 5 की नौकरी वर्गी नहीं सी, है ना? निश्चित तौर पर नहीं, मैं क्या, लेकिन तुसी अपने सुपने नूं पूरा करन दी कोशिश क्यों नहीं कर रहे हो? कि तुसी उस विच ज्यादा खुशी ते सफल नहीं होवोगे? अपनी नज़रां उत्ते रखो, इत्थों बाहर निकलो, अपना खुद का स्टोर शुरू करो। मैं किवें कर सकदी हाँ? उन्हें अपना सिर हिलाउंदियां कहा। उस विच बड़े पैसे लगणगे ते असीं इस वेले जिवें तिवें महीना कटदे हां। इस तो बाद मैं उन्होंने एक अद्भुत सच्चाई दसी। वो जिन्हों भी सच मनदी सी उन्होंने अस्तित्व च लिया सकती सी। मैं उन्होंने अवचेतन मन की शक्तियां बारे दसिया। वो छेती समझ गई। जेकर वो अपने अवचेतन मन तक स्पष्ट ते खास विचार पहुँचा दे तो शक्तियां उन्होंने साकार कर देणगियां। वो कल्पना करन लगी कि अपने खुद के स्टोर च सी। ਉਹਦੇ मानसिक रूप तो बोतलां जमाइयां, पर्चियां ते लिखियां दवाइयां बनाई ते ग्राहकां दा इंतजार करन दी कल्पना कीती। ਜਿਹੜੇ ਉਹਦੇ ਗੁਆਂਢੀ ਦੇ ਮਿੱਤਰ ਵੀ ਸਨ, ਉਹਨੇ ਚੰਗੇ ਖਾਸੇ ਬੈਂਕ ਬੈਲੈਂਸ ਦੀ ਤਸਵੀਰ ਵੀ ਦੇਖੀ। ਮਾਨਸਿਕ ਤੌਰ ਤੇ ਆਪਣੇ ਕਾਲਪਨਿਕ ਸਟੋਰ 'ਚ ਕੰਮ ਕਰਨ ਲੱਗੀ। ਚੰਗੇ ਐਕਟਰਾਂ ਵਾਂਗ ਉਹਨੇ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ। ਮੈਂ ਜਿਸ ਤਰ੍ਹਾਂ ਦਾ ਅਭਿਨੈ ਕਰਾਂਗੀ ਉਂਝ ਦੀ ਬਣ ਜਾਵਾਂਗੀ। वो पूरे दिल नाल अभिनय च जुट गई। वो इस तरह जिउंदी सी, चलदी सी, काम करदी सी जिवें वो स्टोर दी मालकिन है। कुछ सालों बाद मैरी ने मैनूं चिट्ठी लिख के दसिया कि साडी गलबात तो बाद उहदे जीवन च किवें मोड़ आया। जिस चेन स्टोर चों काम करदी सी वो एक नवें मॉल दे वड्डे स्टोर नाल मुकाबले च दिवालिया हो गया। इस तो बाद वो एक वड्डी ड्रग कंपनी च ट्रैवलिंग रिप्रजेंटेटिव दा काम करन लगी ते एक इहो जिहा इलाका सांभण लगी जिस कई स्टेट्स सन। एक दिन काम के सिलसिले च उन्हें अपने इलाके के पश्चिमी सिरे के एक निक्के जे कस्बे च जाना पिया। उस कस्बे च दवा की सिर्फ इक्को ही दुकान सी। उत्थे पहलां कदी नहीं सी गई, लेकिन जिस वेले अंदर गई उन्हें उन्होंने पछाण लिया। वो हूबहू उसे स्टोर वर्गी सी जिहदा सुपना उन्हें अपनी कल्पना च इन्नी स्पष्टता नाल वेखिया सी। हैरान हो के उन्हें स्टोर के बिरध मालक नूं इस अद्भुत संजोग बारे दसिया। इसके मालक ने उन्होंने दसिया कि वह रिटायर तो होना चाहता है, लेकिन अपना स्टोर किसी वड्डे कॉरपोरेशन नूं नहीं सी बेचना चाहता क्योंकि यह स्टोर 3 पीढ़ियां तो उहदे परिवार च सी। कई बार की गलबात तो बाद मालिक ने उन्होंने स्टोर खरीदण लई पैसे उधार देण दी पहल की। बिजनेस तो होने वाले मुनाफे तो कर्ज की किश्त पटा सकती सी। मुटियार अपने परिवार नाल उस कस्बे च आ गई ते छेती उन्हें एक वड्डे पुराने मकान का डाउन पेमेंट दे दिता जिहड़ा स्टोर दे कोल ही सी। ते हुण जदों सवेरे स्टोर जांदी तां नेड़ियों गुजरन वाला हर व्यक्ति उहदा नाम लैके हैलो कहंदा। सारे उहनूं जाणदे सी क्योंकि ਉਹ उन्हां नूं दवाइयां दिंदी सी। बिजनेस विच अवचेतन मन का उपयोग करना।
ਕੁਝ ਸਾਲ ਪਹਿਲਾਂ ਮੈਂ ਬਿਜ਼ਨਸ ਐਗਜ਼ੀਕਿਊਟਿਵਸ ਦੇ ਇੱਕ ਸਮੂਹ ਦੇ ਸਾਹਮਣੇ ਕਲਪਨਾ ਤੇ ਅਵਚੇਤਨ ਮਨ ਦੀ ਸ਼ਕਤੀਆਂ ਤੇ ਭਾਸ਼ਣ ਦਿੱਤਾ। ਭਾਸ਼ਣ 'ਚ ਮੈਂ ਦੱਸਿਆ ਕਿ ਮਹਾਨ ਜਰਮਨ ਕਵੀ ਗੇਟੇ ਮੁਸ਼ਕਲਾਂ ਦੇ ਸਮੱਸਿਆਵਾਂ ਆਉਣ ਤੇ ਆਪਣੀ ਕਲਪਨਾ ਦਾ ਕਿਵੇਂ ਪ੍ਰਯੋਗ ਕਰਦੇ ਸੀ। ਗੇਟੇ ਦੇ ਜੀਵਨੀ ਲੇਖਕਾਂ ਦੇ ਅਨੁਸਾਰ ਉਹ ਘੰਟਿਆਂ ਬੱਧੀ ਇਕੱਲਿਆਂ ਹੀ ਕਾਲਪਨਿਕ ਗੱਲਬਾਤ ਕਰਿਆ ਕਰਦੇ ਸੀ। ਉਹ ਕਲਪਨਾ ਕਰਦੇ ਸੀ ਕਿ ਉਹਨਾਂ ਦਾ ਕੋਈ ਦੋਸਤ ਉਹਨਾਂ ਦੇ ਸਾਹਮਣੇ ਬੈਠਾ ਹੈ, ਉਹਨਾਂ ਨੂੰ ਸਹੀ ਜਵਾਬ ਦੇ ਰਿਹਾ ਹੈ। ਦੂਜੇ ਸ਼ਬਦਾਂ 'ਚ ਉਹ ਇਹ ਕਲਪਨਾ ਕਰਦੇ ਸੀ ਕਿ ਉਹਨਾਂ ਦਾ ਦੋਸਤ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਸਹੀ ਜਾਂ ਠੀਕ ਸਲਾਹ ਦੇ ਰਿਹਾ ਹੈ। ਉਸ ਦੋਸਤ ਦੀਆਂ ਆਮ ਮੁਦਰਾਵਾਂ ਤੇ ਬੋਲਣ ਦੇ ਖਾਸ ਅੰਦਾਜ਼ ਦੀ ਕਲਪਨਾ ਕਰਦੇ। ਉਹ ਇਸ ਪੂਰੇ ਕਾਲਪਨਿਕ ਦ੍ਰਿਸ਼ਾਂ ਨੂੰ ਜਿੰਨਾ ਵਾਸਤਵਿਕ ਤੇ ਸਪਸ਼ਟ ਬਣਾ ਸਕਦੇ ਸੀ ਬਣਾ ਲੈਂਦੇ। ਇਸ ਭਾਸ਼ਣ 'ਚ ਇੱਕ ਨੌਜਵਾਨ ਸਟਾਕ ਬ੍ਰੋਕਰ ਵੀ ਮੌਜੂਦ ਸੀ। ਉਹਨੇ ਗੇਟੇ ਦੀ ਤਕਨੀਕ ਅਪਣਾ ਲਈ। ਉਹ ਇੱਕ ਪਰਿਚਿਤ ਕਰੋੜਪਤੀ ਨਿਵੇਸ਼ਕ ਤੋਂ ਕਾਲਪਨਿਕ ਗੱਲਬਾਤ ਕੀਤੀ, ਜਿਹਨੇ ਇੱਕ ਵਾਰੀ ਸ਼ੇਅਰਾਂ ਦੀ ਸਮਝਦਾਰੀ ਭਰੇ ਸੁਝਾਅ ਲਈ ਉਹਨੂੰ ਵਧਾਈਆਂ ਵੀ ਦਿੱਤੀਆਂ। ਉਹਨੇ ਇਸ ਗੱਲਬਾਤ ਦਾ ਤਦ ਤੱਕ ਅਭਿਨੈ ਕੀਤਾ ਜਦ ਤੱਕ ਕਿ ਉਹਦੇ ਮਨ ਵਿੱਚ ਇਹ ਮਨੋਵਿਗਿਆਨਕ ਵਿਸ਼ਵਾਸ ਦੇ ਤੌਰ ਤੇ ਅੰਕਿਤ ਨਹੀਂ ਹੋ ਗਿਆ। ਇਸ ਬ੍ਰੋਕਰ ਦੀ ਆਂਤਰਿਕ ਗੱਲਬਾਤ ਦੇ ਨਿਯੰਤਰਣ ਕਲਪਨਾ ਨਿਸ਼ਚਿਤ ਤੌਰ ਤੇ ਉਹਦੇ ਨਿਸ਼ਾਨੇ ਦੇ ਅਨੁਰੂਪ ਵੀ ਸੀ। ਉਹਦਾ ਕੰਮ ਆਪਣੇ ਕਲਾਇੰਟਸ ਨੂੰ ਦਮਦਾਰ ਨਿਵੇਸ਼ ਦਾ ਸੁਝਾਅ ਦੇਣਾ ਸੀ। ਜੀਵਨ 'ਚ ਉਹਦਾ ਨਿਸ਼ਾਨਾ ਸੀ ਕਿ ਆਪਣੇ ਕਲਾਇੰਟਸ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਪਹੁੰਚਾਏ ਤੇ ਆਪਣੀ ਸਿਆਣਪ ਭਰੀ ਸਲਾਹ ਨਾਲ ਉਹਨਾਂ ਸਮਰਿੱਧ ਬਣਾਏ। ਉਹ ਹੁਣ ਵੀ ਆਪਣੇ ਬਿਜ਼ਨਸ 'ਚ ਅਵਚੇਤਨ ਮਨ ਦਾ ਉਪਯੋਗ ਕਰ ਰਹੀ ਹੈ ਤੇ ਆਪਣੇ ਖੇਤਰ 'ਚ ਬੜੇ ਸਫਲ ਹੈ। ਇੱਕ ਪ੍ਰਮੁੱਖ ਵਿੱਤੀ ਪੱਤਰਿਕਾ 'ਚ ਹੁਣੇ ਹੀ ਉਹਦਾ ਇੰਟਰਵਿਊ ਵੀ ਛਪਿਆ। 16 ਸਾਲ ਦਾ ਲੜਕਾ ਅਸਫਲਤਾ ਨੂੰ ਸਫਲਤਾ 'ਚ ਬਦਲਦਾ ਹੈ। 16 ਸਾਲ ਦੇ ਟੌਡ ਐਮ ਨੇ ਮੈਨੂੰ ਦੱਸਿਆ, ਮੈਂ ਹਰ ਚੀਜ਼ 'ਚ ਅਸਫਲ ਹੋ ਰਿਹਾ। ਮੈਂ ਨਹੀਂ ਜਾਣਦਾ ਇੰਜ ਕਿਉਂ ਹੋ ਰਿਹਾ। ਮੈਨੂੰ ਲੱਗਦਾ ਮੈਂ ਨਿਰਾ ਮੂਰਖ ਹਾਂ। ਸ਼ਾਇਦ ਚੰਗਾ ਹੀ ਰਹੇਗਾ ਕਿ ਉਹਨਾਂ ਦੇ ਸਕੂਲ ਤੋਂ ਕੱਢੇ ਜਾਣ ਤੋਂ ਪਹਿਲਾਂ ਮੈਂ ਆਪੇ ਸਕੂਲ ਛੱਡ ਦੇਵਾਂ। ਅੱਗੇ ਦੀ ਗੱਲਬਾਤ 'ਚ ਮੈਨੂੰ ਪਤਾ ਚੱਲਾ ਕਿ ਟੌਡ ਦਾ ਨਜ਼ਰੀਆ ਹੀ ਗੜਬੜ ਸੀ। ਇਹ ਆਪਣੀ ਪੜ੍ਹਾਈ ਦੇ ਬਾਰੇ 'ਚ ਉਦਾਸੀਨ ਸੀ ਤੇ ਆਪਣੇ ਕੁਝ ਟੀਚਰਸ ਤੇ ਸਹਿਪਾਠੀਆਂ ਦੇ ਪ੍ਰਤੀ ਰੋਸਵਾਨ। ਮੈਂ ਉਹਨੂੰ ਸਿਖਾਇਆ ਪੜ੍ਹਾਈ 'ਚ ਸਫਲ ਹੋਣ ਲਈ ਉਹ ਆਪਣੇ ਅਵਚੇਤਨ ਮਨ ਦਾ ਇਸਤੇਮਾਲ ਕਿਵੇਂ ਕਰ ਸਕਦਾ ਹੈ। ਉਹ ਦਿਨ 'ਚ ਕਈ ਵਾਰ ਕੁਝ ਸੱਚਾਈਆਂ ਦੀ ਪੁਸ਼ਟੀ ਕਰਨ ਲੱਗਾ, ਖਾਸ ਤੌਰ ਤੇ ਸੌਣ ਤੋਂ ਠੀਕ ਪਹਿਲਾਂ, ਸਵੇਰੇ ਜਾਗਣ ਤੋਂ ਠੀਕ ਬਾਅਦ। ਜਿਵੇਂ ਅਸੀਂ ਦੇਖ ਚੁੱਕੇ ਹਾਂ, ਅਵਚੇਤਨ ਮਨ ਤੱਕ ਵਿਚਾਰ ਪਹੁੰਚਾਉਣ ਲਈ ਇਹ ਸਭ ਤੋਂ ਚੰਗਾ ਸਮਾਂ ਹੁੰਦਾ ਹੈ। ਉਹਨੇ ਇਹ ਸਕਾਰਾਤਮਕ ਕੀਤੀ। ਮੈਨੂੰ ਅਹਿਸਾਸ ਹੈ ਕਿ ਮੇਰਾ ਅਵਚੇਤਨ ਮਨ ਯਾਦਾਂ ਦਾ ਭੰਡਾਰ ਹੈ। ਇਹ ਹਰ ਉਸ ਚੀਜ਼ ਨੂੰ ਇਕੱਤਰ ਕਰਦਾ ਹੈ ਜਿਹੜੀਆਂ ਮੈਂ ਪੜ੍ਹੀਆਂ ਜਾਂ ਟੀਚਰਸ ਦੇ ਲੈਕਚਰ 'ਚ ਸੁਣਿਆ ਹੈ। ਮੇਰੀ ਯਾਦਾਸ਼ਤ ਆਦਰਸ਼ ਹੈ, ਬਸ਼ਰਤੇ ਮੈਂ ਉਹਦਾ ਇਸਤੇਮਾਲ ਕਰਨ ਦੀ ਚੋਣ ਕਰਾਂ। ਮੇਰੇ ਅਵਚੇਤਨ ਮਨ ਦੀ ਅਸੀਮ ਬੁੱਧੀਮਤਾ ਮੈਨੂੰ ਉਹ ਚੀਜ਼ ਲਗਾਤਾਰ ਦੱਸਦੀ ਹੈ ਜਿਹੜਾ ਮੈਨੂੰ ਪ੍ਰੀਖਿਆ 'ਚ ਜਾਣਨ ਦੀ ਜ਼ਰੂਰਤ ਹੈ, ਭਾਵੇਂ ਉਹ ਲਿਖਤੀ ਹੋਣ ਜਾਂ ਮੂੰਹ ਜ਼ਬਾਨੀ। ਮੈਂ ਆਪਣੇ ਸਾਰੇ ਟੀਚਰਸ ਤੇ ਸਹਿਪਾਠੀਆਂ ਦੇ ਪ੍ਰਤੀ ਪ੍ਰੇਮ ਦੇ ਸਦਭਾਵ ਦਰਸਾਉਂਦਾ। ਮੈਂ ਸੱਚਮੁੱਚ ਚਾਹੁੰਦਾ ਕਿ ਉਹ ਸਫਲ ਹੋਣ ਤੇ ਉਹਨਾਂ ਸਾਰਿਆਂ ਨੂੰ ਚੰਗੀਆਂ ਅਵਸਥਾ ਮਿਲਣ। ਟੌਡ ਹੁਣ ਪਹਿਲੇ ਤੋਂ ਵੀ ਬਹੁਤ ਜ਼ਿਆਦਾ ਸੁਤੰਤਰਤਾ ਦਾ ਆਨੰਦ ਲੈ ਰਿਹਾ ਹੈ। ਉਹਨੂੰ ਹੁਣ ਹਰ ਵਿਸ਼ੇ 'ਚ ਇਹ ਗ੍ਰੇਡ ਮਿਲ ਰਿਹਾ ਹੈ। ਉਹ ਲਗਾਤਾਰ ਕਲਪਨਾ ਕਰਦਾ ਹੈ ਕਿ ਉਹਦੇ ਟੀਚਰਸ ਤੇ ਮਾਂ-ਪਿਓ ਪੜ੍ਹਾਈ 'ਚ ਉਹਦੀ ਸਫਲਤਾ ਤੇ ਉਹਨੂੰ ਵਧਾਈ ਦੇ ਰਹੇ ਹਨ। ਖਰੀਦਣ ਤੇ ਵੇਚਣ 'ਚ ਸਫਲ ਕਿਵੇਂ ਬਣੀਏ? ਖਰੀਦਣ ਜਾਂ ਵੇਚਣ ਸਮੇਂ ਯਾਦ ਰੱਖੋ ਕਿ ਤੁਹਾਡਾ ਚੇਤਨ ਮਨ ਸਟਾਰਟਰ ਹੈ, ਤੁਹਾਡਾ ਅਵਚੇਤਨ ਮਨ ਮੋਟਰ ਹੈ। ਤੁਸੀਂ ਮੋਟਰ ਚਾਲੂ ਕਰੋਗੇ ਤਦ ਇਹ ਕੰਮ ਸ਼ੁਰੂ ਕਰ ਪਾਏਗੀ। ਤੁਹਾਡਾ ਚੇਤਨ ਮਨ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਨੂੰ ਜਗਾਉਂਦਾ ਹੈ। ਆਪਣੀ ਸਪਸ਼ਟ ਇੱਛਾ, ਵਿਚਾਰ ਜਾਂ ਤਸਵੀਰ ਨੂੰ ਆਪਣੇ ਅਵਚੇਤਨ ਮਨ ਤੱਕ ਪਹੁੰਚਾਉਣ ਦਾ ਪਹਿਲਾ ਕਦਮ ਉਹਨੂੰ ਸ਼ਾਂਤ ਕਰਨਾ ਹੈ, ਧਿਆਨ ਨੂੰ ਗਤੀਹੀਨ ਕਰਨਾ ਹੈ, ਸਥਿਰ ਹੋਣਾ ਹੈ ਤੇ ਸ਼ਾਂਤ ਬਣਨਾ ਹੈ। ਨਿਸ਼ਚਲ, ਸ਼ਿਥਲ ਤੇ ਸ਼ਾਂਤ ਮਾਨਸਿਕ ਨਜ਼ਰੀਆ ਬਾਹਰੀ ਮਾਮਲਿਆਂ ਤੇ ਗਲਤ ਵਿਚਾਰਾਂ ਨੂੰ ਅਵਚੇਤਨ ਮਨ ਤੱਕ ਪਹੁੰਚਾਉਣ ਦੇ ਨਿਸ਼ਾਨੇ 'ਚ ਦਖਲ ਕਰਨ ਤੋਂ ਰੋਕਦਾ ਹੈ। ਇਹੀ ਨਹੀਂ, ਮਸਤਿਸ਼ਕ ਦੇ ਸ਼ਾਂਤ, ਨਿਸ਼ਚਲ ਤੇ ਗ੍ਰਹਿਣਸ਼ੀਲ ਨਜ਼ਰੀਏ ਵਿੱਚ ਘੱਟੋ ਘੱਟ ਕੋਸ਼ਿਸ਼ਾਂ ਦੀ ਲੋੜ ਹੁੰਦੀ ਹੈ। ਦੂਜਾ ਕਦਮ ਮਨ ਭਾਉਂਦੇ ਨਤੀਜੇ ਦੀ ਵਾਸਤਵਿਕਤਾ ਦੀ ਕਲਪਨਾ ਕਰਨਾ ਹੈ। ਉਦਾਹਰਨ ਲਈ, ਹੋ ਸਕਦਾ ਹੈ ਤੁਸੀਂ ਕੋਈ ਮਕਾਨ ਖਰੀਦਣਾ ਚਾਹੁੰਦੇ ਹੋ। ਆਪਣੀ ਸ਼ਿਥਲ ਮਾਨਸਿਕ ਅਵਸਥਾ 'ਚ ਤੁਸੀਂ ਇਸ ਤਰ੍ਹਾਂ ਦੀ ਤਸਦੀਕ ਕਰਦੇ ਹੋ, ਮੇਰੇ ਅਵਚੇਤਨ ਮਨ ਦੀ ਅਸੀਮ ਬੁੱਧੀਮਤਾ ਪਰਮ ਬੁੱਧੀਮਾਨ ਹੈ। ਇਹ ਮੈਨੂੰ ਆਪਣੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਵਾਲਾ ਆਦਰਸ਼ ਮਕਾਨ ਦੱਸਦੀ ਹੈ ਜਿਸ ਨੂੰ ਮੈਂ ਖਰੀਦ ਸਕਦਾ। ਮੈਂ ਹੁਣ ਇਸ ਨਿਵੇਦਨ ਨੂੰ ਆਪਣੇ ਅਵਚੇਤਨ ਮਨ ਨੂੰ ਸੌਂਪ ਰਿਹਾ। ਮੈਂ ਜਾਣਦਾ ਇਹ ਮੇਰੇ ਨਿਵੇਦਨ ਦੀ ਪ੍ਰਕਿਰਤੀ ਦੇ ਅਨੁਰੂਪ ਪ੍ਰਤੀਕਿਰਿਆ ਕਰੇਗਾ।
ਮੈਂ ਇਸ ਨਿਵੇਦਨ ਨੂੰ ਪੂਰਨ ਆਸਥਾ ਤੇ ਵਿਸ਼ਵਾਸ ਦੇ ਨਾਲ ਉਸੇ ਤਰ੍ਹਾਂ ਮੁਕਤ ਕਰ ਰਿਹਾ ਜਿਵੇਂ ਕਿਸਾਨ ਜ਼ਮੀਨ 'ਚ ਬੀਜ ਬੀਜਦਾ ਹੈ, ਵਿਕਾਸ ਦੇ ਨਿਯਮਾਂ 'ਚ ਅੰਦਰੂਨੀ ਵਿਸ਼ਵਾਸ ਦੇ ਨਾਲ। ਤੁਹਾਡੀ ਪ੍ਰਾਰਥਨਾ ਦਾ ਜਵਾਬ ਅਖਬਾਰ ਦੇ ਕਿਸੇ ਵਿਗਿਆਪਨ ਜਾਂ ਦੋਸਤ ਨੂੰ ਮਿਲ ਸਕਦਾ ਹੈ, ਜਾਂ ਹੋ ਸਕਦਾ ਹੈ ਤੁਹਾਨੂੰ ਕਿਸੇ ਖਾਸ ਮਕਾਨ ਵੱਲ ਸਿੱਧਾ ਮਾਰਗਦਰਸ਼ਨ ਦਿੱਤਾ ਜਾਵੇ ਜਿਹੜਾ ਠੀਕ ਉਂਝ ਦਾ ਹੀ ਹੋਏਗਾ ਜਿਵੇਂ ਦਾ ਤੁਸੀਂ ਚਾਹੁੰਦੇ ਹੋ। ਪ੍ਰਾਰਥਨਾ ਦਾ ਜਵਾਬ ਕਈ ਤਰੀਕਿਆਂ ਤੋਂ ਮਿਲ ਸਕਦਾ ਹੈ। ਮੁੱਖ ਗੱਲ ਇਹ ਹੈ ਕਿ ਜਵਾਬ ਹਮੇਸ਼ਾ ਮਿਲਦਾ ਹੈ, ਬਸ਼ਰਤੇ ਤੁਹਾਨੂੰ ਆਪਣੇ ਅਵਚੇਤਨ ਮਨ ਦੇ ਕੰਮ ਕਰਨ ਤੇ ਪੂਰਾ ਵਿਸ਼ਵਾਸ ਹੋਵੇ। ਮੰਨ ਲਓ ਖਰੀਦਣ ਦੀ ਬਜਾਏ ਤੁਸੀਂ ਕੋਈ ਮਕਾਨ, ਜ਼ਮੀਨ ਜਾਂ ਜਾਇਦਾਦ ਵੇਚਣਾ ਚਾਹੁੰਦੇ ਹੋ। ਅਵਚੇਤਨ ਮਨ ਦੀ ਅਸੀਮ ਬੁੱਧੀਮਤਾ ਉੱਤੇ ਭਰੋਸਾ ਕਰਨ ਦੀ ਇਹ ਨੀਤੀ ਤੁਹਾਨੂੰ ਸਟੀਕ ਮਾਰਗਦਰਸ਼ਨ ਦੇਗੀ। ਲਾਸ ਏਂਜਲਸ ਵਿੱਚ ਆਪਣਾ ਮਕਾਨ ਵੇਚਣ ਸਮੇਂ ਮੈਂ ਇੱਕ ਤਕਨੀਕ ਦਾ ਇਸਤੇਮਾਲ ਕੀਤਾ। ਜਦੋਂ ਮੈਂ ਇਹ ਤਕਨੀਕ ਆਪਣੀ ਪਹਿਚਾਣ ਦੇ ਕਈ ਰੀਅਲ ਐਸਟੇਟ ਬ੍ਰੋਕਰਜ਼ ਨੂੰ ਦੱਸੀ ਤਾਂ ਵੀ ਇਹਦਾ ਇਸਤੇਮਾਲ ਕਰਨ ਲੱਗੇ। ਇਸ ਨਾਲ ਉਹਨਾਂ ਨੂੰ ਅਲੌਕਿਕ ਨਤੀਜੇ ਮਿਲ ਰਹੇ ਹੈ। ਮੈਂ ਆਪਣੇ ਮਕਾਨ ਦੇ ਸਾਹਮਣੇ ਘਾਹ ਤੇ ਇੱਕ ਸਾਈਨ ਬੋਰਡ ਲਾਇਆ ਜਿਸ ਤੇ ਲਿਖਿਆ ਸੀ ਵੇਚਣਾ ਹੈ। ਉਸ ਰਾਤ ਸੌਣ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਪੁੱਛਿਆ, ਮੰਨ ਲਓ ਤੁਹਾਨੂੰ ਘਰ ਲਈ ਖਰੀਦਦਾਰ ਮਿਲ ਗਿਆ, ਫਿਰ ਤੁਸੀਂ ਕੀ ਕਰੋਗੇ? ਜਵਾਬ ਸੀ, ਮੈਂ ਵੇਚਣਾ ਹੈ ਦੇ ਸਾਈਨ ਬੋਰਡ ਨੂੰ ਕਚਰੇ 'ਚ ਸੁੱਟ ਦਿਆਂਗਾ। ਆਪਣੇ ਮਸਤਿਸ਼ਕ ਦੇ ਅੰਦਰੂਨੀ ਪਰਦੇ ਤੇ ਮੈਂ ਇੱਕ ਵਿਸਤ੍ਰਿਤ ਦ੍ਰਿਸ਼ ਦੇਖਿਆ। ਮੈਂ ਸਾਈਨ ਬੋਰਡ ਫੜਿਆ, ਉਹਨੂੰ ਜ਼ਮੀਨ ਤੋਂ ਉਖਾੜਿਆ, ਆਪਣੇ ਮੋਢੇ ਤੇ ਰੱਖਿਆ ਤੇ ਮਕਾਨ ਦੇ ਪਿੱਛੇ ਕੂੜੇਦਾਨ ਵੱਲ ਲੈ ਗਿਆ। ਮੈਂ ਉਹਨੂੰ ਸੁੱਟਦਿਆਂ ਕਿਹਾ, ਮਦਦ ਲਈ ਧੰਨਵਾਦ, ਲੇਕਿਨ ਹੁਣ ਮੈਨੂੰ ਤੇਰੀ ਲੋੜ ਨਹੀਂ ਹੈ। ਮੈਂ ਡੂੰਘੀ ਸੰਤੁਸ਼ਟੀ ਦੇ ਅਹਿਸਾਸ ਨਾਲ ਸੌਣ ਗਿਆ ਕਿ ਕੰਮ ਪੂਰਾ ਹੋ ਗਿਆ ਸੀ। ਅਗਲੇ ਦਿਨ ਇੱਕ ਆਦਮੀ ਨੇ ਮੈਨੂੰ ਉਸ ਮਕਾਨ ਦਾ ਬਿਆਨਾ ਦੇ ਦਿੱਤਾ ਤੇ ਕਿਹਾ, ਹੁਣ ਤੁਸੀਂ ਇਸ ਸਾਈਨ ਬੋਰਡ ਨੂੰ ਸੁੱਟ ਸਕਦੇ ਹੋ, ਹੁਣ ਤੁਹਾਨੂੰ ਇਹਦੀ ਲੋੜ ਨਹੀਂ ਹੈ। ਮੈਂ ਉਹਦੀ ਸਲਾਹ ਤੇ ਅਮਲ ਕੀਤਾ। ਮੈਂ ਸਾਈਨ ਬੋਰਡ ਉਖਾੜਿਆ ਤੇ ਉਹਨੂੰ ਸੁੱਟ ਦਿੱਤਾ। ਆਂਤਰਿਕ ਕਿਰਿਆ ਨੇ ਬਾਹਰੀ ਕਿਰਿਆ ਨੂੰ ਸਾਕਾਰ ਕਰ ਦਿੱਤਾ। ਇਹਦੇ ਬਾਰੇ ਕੁਝ ਨਵਾਂ ਨਹੀਂ ਹੈ, ਜਿਵੇਂ ਅੰਦਰ ਤਿਵੇਂ ਬਾਹਰ। ਦੂਜੇ ਸ਼ਬਦਾਂ 'ਚ ਤੁਹਾਡੇ ਅਵਚੇਤਨ ਮਨ ਤੇ ਛਪੀ ਹੋਈ ਤਸਵੀਰ ਜਿਵੇਂ ਦੀ ਹੋਏਗੀ, ਉਂਝ ਦਾ ਦ੍ਰਿਸ਼ ਤੁਹਾਡੇ ਜੀਵਨ ਦੇ ਪਰਦੇ ਤੇ ਉਭਰੇਗਾ। ਬਾਹਰੀ ਸਰੂਪ ਆਂਤਰਿਕ ਸਰੂਪ ਦਾ ਪਰਛਾਵਾਂ ਦਿਖਾਉਂਦਾ ਹੈ। ਬਾਹਰੀ ਕਰਮ ਆਂਤਰਿਕ ਕਰਮ ਦਾ ਅਨੁਸਰਨ ਜਾਂ ਪਿੱਛਾ ਕਰਦਾ ਹੈ। ਇੱਥੇ ਘਰ, ਜ਼ਮੀਨ ਜਾਂ ਜਾਇਦਾਦ ਵੇਚਣ ਦਾ ਇੱਕ ਹੋਰ ਪ੍ਰਭਾਵੀ ਤਰੀਕਾ ਦੱਸਿਆ ਜਾ ਰਿਹਾ ਹੈ। ਹੌਲੀ ਹੌਲੀ ਸ਼ਾਂਤੀ ਨਾਲ ਤੇ ਭਾਵਨਾ ਦੇ ਨਾਲ ਇਹ ਸਕਾਰਾਤਮਕ ਤਸਦੀਕ ਕਰੋ। ਅਸੀਮ ਬੁੱਧੀਮਤਾ ਇਸ ਮਕਾਨ ਦੇ ਉਸ ਖਰੀਦਦਾਰ ਨੂੰ ਮੇਰੇ ਵੱਲ ਆਕਰਸ਼ਿਤ ਕਰ ਰਹੀ ਹੈ ਜਿਹੜਾ ਇਹਨੂੰ ਚਾਹੁੰਦਾ ਹੈ ਤੇ ਇਸ ਵਿੱਚ ਸਮਰਿੱਧ ਹੁੰਦਾ ਹੈ। ਇਸ ਖਰੀਦਦਾਰ ਨੂੰ ਮੇਰੇ ਕੋਲ ਮੇਰੇ ਅਵਚੇਤਨ ਮਨ ਦੇ ਰਚਨਾਤਮਕ ਗਿਆਨ ਨੇ ਭੇਜਿਆ ਹੈ ਜੋ ਕਦੇ ਗਲਤੀਆਂ ਨਹੀਂ ਕਰਦਾ। ਹੋ ਸਕਦਾ ਉਹ ਖਰੀਦਦਾਰ ਕਈ ਹੋਰ ਮਕਾਨ ਦੇਖੇ, ਲੇਕਿਨ ਮੇਰਾ ਮਕਾਨ ਹੀ ਉਹਨੂੰ ਪਸੰਦ ਆਏਗਾ ਤੇ ਇਹਨੂੰ ਹੀ ਖਰੀਦੇਗਾ ਕਿਉਂਕਿ ਇਸ ਦੇ ਅੰਦਰ ਅਸੀਮ ਬੁੱਧੀਮਤਾ ਉਹਦਾ ਮਾਰਗਦਰਸ਼ਨ ਕਰੇਗੀ। ਮੈਂ ਜਾਣਦਾ ਕਿ ਖਰੀਦਦਾਰ ਸਹੀ ਹੈ, ਸਮਾਂ ਸਹੀ ਹੈ, ਮੁੱਲ ਸਹੀ ਹੈ, ਇਹਦੇ ਬਾਰੇ 'ਚ ਹਰ ਚੀਜ਼ ਸਹੀ ਹੈ। ਮੇਰੇ ਅਵਚੇਤਨ ਮਨ ਦਾ ਜ਼ਿਆਦਾ ਡੂੰਘਾ ਪ੍ਰਵਾਹ ਹੁਣ ਅਸੀਂ ਦੋਨਾਂ ਨੂੰ ਦੈਵੀ ਵਿਧਾਨ ਨਾਲ ਲਿਆ ਰਿਹਾ ਹੈ। ਮੈਂ ਜਾਣਦਾ ਕਿ ਇੰਜ ਹੀ ਹੈ। ਹਮੇਸ਼ਾ ਯਾਦ ਰੱਖੋ, ਤੁਸੀਂ ਜਿਹਨੂੰ ਖੋਜ ਰਹੇ ਹੋ ਉਹ ਵੀ ਤੁਹਾਨੂੰ ਖੋਜ ਰਿਹਾ ਹੈ। ਕੋਈ ਨਾ ਕੋਈ ਹਮੇਸ਼ਾ ਰਹਿੰਦਾ ਜਿਹੜਾ ਉਸੇ ਮਕਾਨ ਜਾਂ ਜਾਇਦਾਦ ਨੂੰ ਖਰੀਦਣਾ ਚਾਹੁੰਦਾ ਜਿਹਨੂੰ ਤੁਸੀਂ ਵੇਚਣਾ ਚਾਹੁੰਦੇ ਹੋ। ਆਪਣੇ ਅਵਚੇਤਨ ਮਨ ਦੀਆਂ ਸ਼ਕਤੀਆਂ ਦਾ ਸਹੀ ਇਸਤੇਮਾਲ ਕਰਕੇ ਤੁਸੀਂ ਆਪਣੇ ਮਸਤਿਸ਼ਕ ਨਾਲ ਮੁਕਾਬਲੇ ਦਾ ਸਾਰਾ ਅਹਿਸਾਸ ਤੇ ਖਰੀਦਣ ਵੇਚਣ ਦੀ ਸਾਰੀ ਚਿੰਤਾ ਖਤਮ ਕਰ ਦਿਓ। ਉਹ ਜੋ ਕੁਝ ਚਾਹੁੰਦੀ ਸੀ ਉਹਨੂੰ ਪਾਉਣ 'ਚ ਕਿਵੇਂ ਸਫਲ ਹੋਈ। ਇੱਕ ਮੁਟਿਆਰ ਮਾਰਗਰੇਟ ਟੀ ਨੇਮਤ ਤੌਰ ਤੇ ਮੇਰੇ ਭਾਸ਼ਣਾਂ ਤੇ ਕਲਾਸਾਂ 'ਚ ਆਉਂਦੀ ਸੀ। ਉਹ ਘਰ ਤੋਂ ਹਾਲ ਤੱਕ ਆਉਣ ਲਈ ਉਹਨੂੰ 3 ਵਾਰੀ ਬੱਸ ਬਦਲਣੀ ਪੈਂਦੀ ਸੀ। ਹਰ ਵਾਰ ਭਾਸ਼ਣ ਸੁਣਨ ਆਉਂਦੇ ਸਮੇਂ ਉਹਨੂੰ 1.5 ਘੰਟਾ ਲੱਗਦਾ ਸੀ। ਇੱਕ ਦਿਨ ਉਹ ਮੇਰਾ ਭਾਸ਼ਣ ਸੁਣਨ ਆਈ ਜਿਸ 'ਚ ਮੈਂ ਦੱਸਿਆ ਕਿ ਇੱਕ ਨੌਜਵਾਨ ਨੇ ਆਪਣੀ ਨੌਕਰੀ ਦੇ ਸਿਲਸਿਲੇ 'ਚ ਕਾਰ ਦੀ ਲੋੜ ਸੀ ਤੇ ਕਲਪਨਾ ਦੇ ਪ੍ਰਯੋਗ ਨਾਲ ਉਹਨੂੰ ਮਿਲ ਗਈ। ਉਹ ਘਰ ਗਈ, ਭਾਸ਼ਣ 'ਚ ਸੁਣੀ ਤਕਨੀਕ ਅਜ਼ਮਾਉਣ ਲੱਗੀ। ਉਹਨੇ ਬਾਅਦ 'ਚ ਮੈਨੂੰ ਚਿੱਠੀ ਲਿਖ ਕੇ ਦੱਸਿਆ ਕਿ ਉਹਨੇ ਮੇਰੇ ਤਰੀਕਿਆਂ ਨੂੰ ਕਿਵੇਂ ਲਾਗੂ ਕੀਤਾ ਤੇ ਉਸ ਤੋਂ ਬਾਅਦ ਕੀ ਹੋਇਆ। ਮੈਂ ਉਹ ਚਿੱਠੀ ਉਹਦੀ ਸਵੀਕ੍ਰਿਤੀ ਨਾਲ ਇੱਥੇ ਛਾਪ ਰਿਹਾ। ਪਿਆਰੇ ਡਾਕਟਰ ਮਰਫੀ, ਮੈਂ ਜਾਣਦੀ ਸੀ ਕਿ ਵਿਅਕਤੀਗਤ ਵਿਕਾਸ ਲਈ ਮੈਨੂੰ ਕਾਰ ਦੀ ਸਖਤ ਲੋੜ ਸੀ। ਇਹ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਸੀ ਕਿ ਮੈਂ ਤੁਹਾਡੇ ਭਾਸ਼ਣ ਨਿਯਮਤ ਤੌਰ ਤੇ ਸੁਣਨ ਆ ਸਕਾਂ। ਮੈਂ ਫੈਸਲਾ ਲਿਆ ਕਿ ਭਾਵੇਂ ਮੈਨੂੰ ਕਾਰ ਪਾਉਣ 'ਚ ਜਿੰਨਾ ਵੀ ਸਮਾਂ ਲੱਗੇ, ਮੈਂ ਉਸ ਕਾਰ ਨੂੰ ਪਾਉਣ ਦੀ ਕੋਸ਼ਿਸ਼ ਕਰਾਂਗੀ। ਤੇ ਸਿਜਦਾ ਮੈਂ ਹਮੇਸ਼ਾ ਸੁਪਨਾ ਦੇਖਿਆ ਸੀ ਕੈਡਿਲਕ ਕਾਰ। ਆਪਣੀ ਕਲਪਨਾ 'ਚ ਮੈਂ ਉਹ ਸਾਰੇ ਕਦਮ ਚੁੱਕੇ ਜਿਹੜੇ ਮੈਂ ਕਰਦੀ ਜੇਕਰ ਮੈਂ ਸੱਚਮੁੱਚ ਕਾਰ ਖਰੀਦਦੀ ਤੇ ਚਲਾਉਂਦੀ। ਮੈਂ ਆਪਣੇ ਆਪ ਨੂੰ ਸ਼ੋਅਰੂਮ 'ਚ ਜਾਂਦੇ ਵੇਖਿਆ।
उस मॉडल का टेस्ट ड्राइव लैंदे वेख्या जिहड़ा मैनू पसंद सी। मैं बार-बार कैडिलक ते हक जताया। मैं कार 'च बैठण, ਉਹਨੂੰ चलाउण, ਉਹਦੇ डैशबोर्ड ਨੂੰ छूण ਦੀ मानसिक तस्वीर देखी। लगातार 2 हफ्तिਆਂ ਤਾਈਂ देखती रही। पिछले हफ्ते मैं कैडिलक चला के ਤੁਹਾਡਾ भाषण सुनन आई सी। इंगलवुड 'ਚ ਰਹਿਣ वाले मेरे अंकल ਦੀ मृत्यु हो गई सी ਤੇ ਉਹ ਆਪਣੀ कैडिलक ਤੇ सारी जायदाद मेरे नाम कर गए सन। कई सिरमौर एग्जीक्यूटिव्स वालों अपनाई जाण वाली सफलता दी तकनीक। कई मोहरी बिजनेस एग्जीक्यूटिव्स दिन च कई बार सफलता शब्द दा तद तक इस्तेमाल करते हैं जब तक कि उन्हां च ये विश्वास नहीं होण लगदा कि उन्हां नूं सफलता मिल गई। वो जानते हैं कि सफलता के विचार विच सफलता के सारे जरूरी तत्त शामिल हैं। इस तरह तुसी भी सफलता शब्द नूं आस्था ते विश्वास नाल दोहराओ। तुहाडा अवचेतन मन इनू अपने बारे च सच मान लेगा, तुहानूं सफलता की प्रेरणा देगा। तुसी अपने कल्पनावादी विश्वासां, छापां ते विश्वासां नूं व्यक्त करन लई विवश हो। सफलता का तुहाडे लई की मतलब है? बेशक तुसी अपने घरेलू जीवन ते दूजियां दे नाल संबंधां च सफल बनना चाहुंदे हो, तुसी अपने चुने हुए काम जां व्यवसाय च मोहरी बनना चाहुंदे हो, तुसी एक सुंदर घर ते दौलत चाहुंदे हो ताकि तुसी आराम ते सुख नाल रह सको। तुसी अपने प्रार्थना जीवन ते अपने अवचेतन मन दीआं शक्तियां दे संपर्क च सफल बनना चाहुंदे हो। तुसी एक बिजनेस एग्जीक्यूटिव भी हो क्योंकि तुसी जीवन दे कित्ते विच हो। तुसी जो करना चाहुंदे हो, जिस वस्तु दे मालक बनना चाहुंदे हो, उहदी कल्पना करदे सफल एग्जीक्यूटिव बनो, कल्पनाशील बनो। मानसिक तौर ते सफलता दी असल तस्वीर देखो, इहदी आदत पाओ। हर रात नूं सफल ते पूर्ण संतुष्टि दे एहसास नाल सौण जाओ। आखिर तुसी अपने अवचेतन विच सफलता का विचार बीजण विच कामयाब हो जाओगे। यकीन करो तुसी सफल होने लई पैदा होए हो ते प्रार्थना करन नाल चमत्कार हो जाएगा। याद रखण लायक विचार। पहला, सफलता का मतलब सफल जीवन है। जे तुसी शांत, खुश, सुखी ते अपना प्यारा काम कर रहे हो तां तुसी सफल हो। दूसरा, पता लाओ कि तुहानूं किहड़ा काम प्यारा है, फिर उहनूं कर दिओ। जे तुसी अपनी सच्ची अभिव्यक्ति नहीं जानते तो मार्गदर्शन लई प्रार्थना करो तो तुहानूं मिल जाएगा। तीसरा, अपने खास खेतर च माहर बनो ते इहदे बारे किसी होर व्यक्ति तो ज्यादा जानने की कोशिश करो। चौथा, सफल व्यक्ति स्वार्थी नहीं हुंदे। जीवन च उन्हां दी प्रमुख इच्छा मानवता की सेवा है। पंजवां, मानसिक शांति तो बिना कोई सच्ची सफलता नहीं मिलती। सफल व्यक्ति दे कोल डूंगी मनोविग्यानक ते अध्यात्मक समझ हुंदी है। सतवां, जे तुसी किसी उद्देश की स्पष्टता तो कल्पना करते हो तां अवचेतन मन की चमत्कारी शक्ति तुहानूं सारियां लोड़ींदियां वस्तुआं प्रदान कर देवेगी। अठवां, तुहाडा विचार भावना दे नाल जुड़ के कल्पनावादी विश्वास बन जाता है ते तुहाडे विश्वास मुताबक तुहानूं मिलेगा। नौवां, लगातार कल्पना करन नाल तुहाडे अवचेतन मन की चमत्कारी शक्तियां प्रेरित हुंदियां हन। 10वां, जेकर तुसी नौकरी च प्रमोशन चाहुंदे हो तां कल्पना करो कि तुहाडा मालक, सुपरवाइजर जां कोई प्यारा प्रमोशन ते तुहानूं वधाई दे रहा है। इस तस्वीर नूं स्पष्ट ते असल बनाओ। आवाज़ सुनो, मुद्रावां वेखो, इहदी वास्तविकता नूं महसूस करो। इंज करदे रहो। बार बार दोहराउण नाल तुहाडी मनोकामना सुखद तौर ते पूरी हो जाएगी। 11वां, तुहाडा अवचेतन मन यादां दा भंडार है। आदर्श याददाश्त लई बार बार सकारात्मक पुष्टि करो। मेरे अवचेतन मन की असीम बुद्धिमता मैनूं ਉਹ हर चीज़ दिलाउंदी है जिहड़ी मैं कदे भी किते भी जानना चाहुंदा। 12वां, जे तुसी मकान जां जायदाद वेचना चाहुंदे हो तो हौली हौली शांति नाल ते भावना नाल इह सकारात्मक पुष्टि करो। असीम बुद्धिमता इस मकान जां जायदाद दे खरीददार नूं मेरे वल आकर्षित कर रही है, जिहड़ा इस नूं चाहुंदा है ते इस च समृद्ध हुंदा है। इस जागरूकता नूं कायम रखो ते तुहाडे अवचेतन मन दा ज्यादा डूंगा प्रभाव इनू साकार कर देगा। 13वां, सफलता दे विचार विच सफलता दे सारे तत्त शामिल हन। सफलता शब्द बार बार आस्था ते विश्वास दे नाल दोहराणगे तां अवचेतन मन तुहाडे उत्ते सफल होण लई दबाव पावेगा। धन्यवाद।